ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਵਿਕਰਮਜੀਤ ਸਿੰਘ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਬੇਅੰਤ ਕੌਰ ਕੇਸ ਦੀ। ਬੇਅੰਤ ਕੌਰ ਦਾ ਕੇਸ ਜਿਹਦੇ ਵਿੱਚ ਆਲਰੇਡੀ ਹੀ ਲੋਕ ਦੋ ਧੜਿਆਂ ਦੇ ਵਿੱਚ ਵੰਡੇ ਜਾ ਚੁੱਕੇ ਨੇ। ਇੱਕ ਉਹ ਧੜਾ ਜਿਹੜਾ ਕਹਿ ਰਿਹਾ ਹੈ ਕਿ ਇਸ ਦੇ ਵਿੱਚ ਸਿਰਫ ਤੇ ਸਿਰਫ ਬੇਅੰਤ ਕੌਰ ਦੀ ਗਲਤੀ ਹੈ, ਤੇ ਦੂਸਰਾ ਧੜਾ ਤੇ ਇਸ ਨੂੰ ਇੱਕ ਮੈਰਿਜ ਮੰਨ ਵੀ ਨਹੀਂ ਰਿਹਾ ਸੀ। ਉਹ ਤੇ ਕਹਿ ਰਿਹਾ ਸੀ ਕਿ ਇਹ ਇੱਕ ਮੈਰਿਜ ਨਹੀਂ ਬਲਕਿ ਇੱਕ ਸੌਦਾ ਸੀ ਤੇ ਇੱਕ ਡੀਲਿੰਗ ਸੀ, ਤੇ ਡੀਲਿੰਗ ਦੇ ਵਿੱਚ ਹਮੇਸ਼ਾ ਕਦੀ ਪ੍ਰੋਫਿਟ ਹੁੰਦਾ ਤੇ ਕਦੀ ਲਾਸ ਹੁੰਦਾ ਹੈ। ਤੋਂ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਕਿ ਇਸ ਇਸ਼ੂ ਦੇ ਮੇਨ ਕੋਰ ਪ੍ਰੋਬਲਮਸ ਹੈ ਕੀ ਸੀ, ਤੇ ਅਸੀਂ ਐਜ਼ ਅ ਸਮਾਜ ਐਜ਼ ਅ ਸੋਸਾਇਟੀ ਕੀ ਅਸੀਂ ਇਸ ਦੇ ਇਸ਼ੂਜ਼ ਨੂੰ ਆਪਾਂ ਡਿਸਕਸ ਕੀਤਾ ਜਾਂ ਨਹੀਂ ਕੀਤਾ, ਅਸੀਂ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ। ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇੱਕ ਕੁਐਸਚਨ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਗਰ ਕਿਸੇ ਇਨਸਾਨ ਦੀ ਮੈਰਿਜ ਹੁੰਦੀ ਹੈ ਤੇ ਕੋਈ ਵੀ ਆ, ਅਗਰ ਕੋਈ ਮੇਲ ਹੈ ਜਾਂ ਫੀਮੇਲ ਆ, ਅਗਰ ਉਹ ਮੇਲ ਜਾਂ ਫੀਮੇਲ ਆਪਣੇ ਮੈਰਿਜ ਤੋਂ ਬਾਹਰ ਕਿਸੇ ਦੇ ਨਾਲ ਰਿਲੇਸ਼ਨ ਰੱਖਦਾ ਹੈ ਤੇ ਉਸ ਦੀ ਸਜ਼ਾ ਕੀ ਹੈ। ਅਗਰ ਤੁਹਾਨੂੰ ਪਤਾ ਹੈ ਤੇ ਤੁਸੀਂ ਕਮੈਂਟ ਡਾਊਨ ਕਰਕੇ ਆਪਣਾ ਆਨਸਰ ਜ਼ਰੂਰ ਦੱਸਣਾ। ਅਗਰ ਨਹੀਂ ਪਤਾ ਤੇ ਤੁਹਾਨੂੰ ਇਸ ਵੀਡੀਓ ਦੇ ਐਂਡ ਤੱਕ ਉਸ ਦਾ ਆਨਸਰ ਵੀ ਪਤਾ ਲੱਗ ਜਾਏਗਾ। ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੂੰਗਾ ਕਿ ਜੋ ਵੀ ਲਵਪ੍ਰੀਤ ਸਿੰਘ ਦੀ ਫੈਮਿਲੀ ਦੇ ਨਾਲ ਭਾਣਾ ਵਰਤ ਰਿਹਾ ਉਹ ਬਹੁਤ ਹੀ ਦੁਖਦਾਈ ਸੀ। ਉਸ ਦਾ ਕੋਈ ਵੀ ਆਪਾਂ ਕੰਪਨਸੇਟ ਨਹੀਂ ਕਰ ਸਕਦੇ, ਬਟ ਆਪਾਂ ਐਜ਼ ਅ ਸੋਸਾਇਟੀ ਕੀ ਇਸ ਨੂੰ ਐਜ਼ ਅ ਸਿੱਖਿਆ ਲਈ ਇਸ ਚੀਜ਼ ਤੋਂ ਜਾਂ ਨਹੀਂ ਲਈ, ਅੱਜ ਅਸੀਂ ਇਸੇ ਤੇ ਗੱਲ ਕਰਾਂਗੇ। ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹਾਂਗਾ ਕਿ ਆਹ ਵਾਲਾ ਜੋ ਬੇਅੰਤ ਕੌਰ ਵਾਲਾ ਕੇਸ ਸੀ, ਇਸ ਨੂੰ ਮੀਡੀਆ ਨੇ ਤੇ ਸਾਡੇ ਲੋਕਾਂ ਨੇ ਇਸ ਨੂੰ ਹੂ ਬਹੂ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਕੇਸ ਵਰਗਾ ਬਣਾ ਦਿੱਤਾ। ਇਸ ਦੇ ਵਿੱਚ ਅਸੀਂ ਰੋਜ਼ ਦੀਆਂ ਰੋਜ਼ ਗੱਲਾਂ ਦੇਖਦੇ ਰਹੇ ਕਿ ਅੱਜ ਬੇਅੰਤ ਕੌਰ ਨੇ ਕੀ ਬਿਆਨ ਦਿੱਤਾ, ਬੇਅੰਤ ਕੌਰ ਦੇ ਮਾਸੀ ਮਾਸੜ ਨੇ ਕੀ ਬਿਆਨ ਦਿੱਤਾ, ਜਾਂ ਬੇਅੰਤ ਕੌਰ ਦੀ ਮੰਮਾ ਨੇ ਕੀ ਬਿਆਨ ਦਿੱਤਾ, ਬੇਅੰਤ ਕੌਰ ਦੇ ਗਵਾਂਢੀਆਂ ਨੇ ਕੀ ਬਿਆਨ ਦਿੱਤਾ, ਅੱਜ ਲਵਪ੍ਰੀਤ ਦੇ ਗਵਾਂਢੀਆਂ ਨੇ ਕੀ ਬਿਆਨ ਦਿੱਤਾ। ਸੋ ਆਹ ਚੀਜ਼ਾਂ ਅਸੀਂ ਡਿਸਕਸ ਕਰ ਰਹੇ ਸੀ ਪਿਛਲੇ ਕੁਝ ਦਿਨਾਂ ਤੋਂ, ਬਟ ਅਸੀਂ ਸਾਰੇ ਹੀ ਇੱਕ ਗੱਲ ਭੁੱਲ ਰਹੇ ਸੀ ਕਿ ਮੇਨ ਕੋਰ ਪ੍ਰੋਬਲਮਸ ਕੀ ਸੀ। ਕੋਰ ਪ੍ਰੋਬਲਮਸ ਨੂੰ ਕਿਸੇ ਨੇ ਵੀ ਡਿਸਕਸ ਨਹੀਂ ਕੀਤਾ, ਨਾ ਮੀਡੀਆ ਨੇ ਤੇ ਨਾ ਹੀ ਲੋਕਾਂ ਨੇ। ਇਸੇ ਕਰਕੇ ਹੀ ਇਹ ਚੀਜ਼ਾਂ ਸਾਡੇ ਨਾਲ ਰਿਪੀਟ ਹੁੰਦੀਆਂ ਰਹਿਣਗੀਆਂ। ਤੁਹਾਨੂੰ ਸਾਰਿਆਂ ਨੂੰ ਇਹ ਲੱਗਦਾ ਕਿ ਆਹ ਵਾਲਾ ਜਿਹੜਾ ਕੇਸ ਆ ਇਹ ਪੰਜਾਬ ਦੇ ਵਿੱਚ ਪਹਿਲਾਂ ਹੋਇਆ ਹੈ? ਨਹੀਂ, ਇਹ ਕੇਸ ਆਲਰੇਡੀ ਬਹੁਤ ਹੁੰਦੇ ਨੇ, ਅੱਜ ਵੀ ਹੋ ਰਹੇ ਹੋਣਗੇ ਤੇ ਅੱਗੇ ਵੀ ਹੋਣਗੇ ਤੇ ਪਹਿਲਾਂ ਵੀ ਹੁੰਦੇ ਆਏ ਨੇ। ਇਹ ਜਿਹੜੇ ਪ੍ਰੋਬਲਮਸ ਨੇ ਇਹਨਾਂ ਦਾ ਸੋਲੂਸ਼ਨ ਉਦੋਂ ਤੱਕ ਨਹੀਂ ਸਾਨੂੰ ਮਿਲ ਸਕਦਾ ਜਦ ਤੱਕ ਅਸੀਂ ਮੇਨ ਕੋਰ ਇਸ਼ੂਜ਼ ਦੀ ਗੱਲ ਨਹੀਂ ਕਰਾਂਗੇ। ਕਿ ਅੱਜ ਅਗਰ ਬੇਅੰਤ ਕੌਰ ਵਾਲਾ ਕੇਸ ਸੋਲਵ ਹੋ ਜਾਂਦਾ ਹੈ ਤੇ ਕੀ ਸਾਨੂੰ ਸਾਰਿਆਂ ਨੂੰ ਜਸਟਿਸ ਮਿਲ ਜਾਏਗਾ? ਨਹੀਂ। ਕੀ ਇਹ ਕੇਸ ਹੋਣੇ ਬੰਦ ਹੋ ਜਾਣਗੇ? ਬਿਲਕੁਲ ਨਹੀਂ। ਸੋ ਸਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਛੱਡਦੇ ਹੋਏ ਸਾਨੂੰ ਮੇਨ ਕੋਰ ਇਸ਼ੂਜ਼ ਨੂੰ ਗੱਲ ਕਰਨੀ ਹੀ ਪਵੇਗੀ, ਜੋ ਕਿ ਨਾ ਸਾਡੀ ਮੀਡੀਆ ਕਰਦੀ ਹੈ ਤੇ ਨਾ ਹੀ ਸਾਡੀ ਸੋਸਾਇਟੀ ਕਰਦੀ ਹੈ। ਜਿਵੇਂ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ ਦੇ ਵਿੱਚ ਮੈਂਟਲ ਹੈਲਥ ਦੀ ਗੱਲ ਹੋਣੀ ਚਾਹੀਦੀ ਸੀ, ਬਟ ਅਸੀਂ ਕੀ ਗੱਲ ਕਰ ਰਹੇ ਸੀ? ਰੀਆ ਚੱਕਰਵਰਤੀ ਵਾਸਤੇ ਨੈਪੋਟਿਜ਼ਮ ਬਾਰੇ ਜਾਂ ਹੋਰ ਕਈ ਇਸ਼ੂਜ਼ ਬਾਰੇ, ਡਰੱਗਸ ਡੀਲਿੰਗ ਬਾਰੇ, ਬਟ ਅਸੀਂ ਕਿਸੇ ਨੇ ਵੀ ਮੈਂਟਲ ਹੈਲਥ ਦੀ ਗੱਲ ਨਹੀਂ ਕੀਤੀ। ਤੇ ਇਸ ਕੇਸ ਦੇ ਵਿੱਚ ਵੀ ਅਸੀਂ ਕੋਰ ਇਸ਼ੂਜ਼ ਦੀ ਗੱਲ ਹੀ ਨਹੀਂ ਕੀਤੀ, ਤੇ ਅਸੀਂ ਸਿਰਫ ਗੱਲ ਕਰ ਰਹੇ ਹਾਂ ਕਿ ਅੱਜ ਉਹਦਾ ਕੀ ਬਿਆਨ ਆਇਆ, ਅੱਜ ਫਲਾਣੇ ਦਾ ਕੀ ਬਿਆਨ ਆਇਆ, ਜਿਸ ਦਾ ਕਿ ਸਾਰੀ ਮੀਡੀਆ ਵਿਊਜ਼ ਦੇ ਚੱਕਰਾਂ ਦੇ ਵਿੱਚ ਲੱਗੀ ਹੋਈ ਹੈ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਵੇਖਾਂਗੇ ਕਿ ਕੋਰ ਪ੍ਰੋਬਲਮਸ ਕੀ ਨੇ, ਇਸ ਪ੍ਰੋਬਲਮਸ ਦਾ ਹੱਲ ਕੀ ਹੋ ਸਕਦਾ ਹੈ, ਤਾਂ ਜੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਜੋ ਇਹੋ ਜਿਹੇ ਸਾਡੇ ਕੇਸਿਸ ਹੈਗੇ, ਬੇਅੰਤ ਕੌਰ ਵਰਗੇ ਕੇਸਿਸ ਹੈਗੇ, ਲਵਪ੍ਰੀਤ ਵਰਗੇ ਇਨਸਾਨਾਂ ਦਾ ਸੁਸਾਈਡ ਕਰਨਾ, ਇਹ ਘਟ ਸਕੇ ਤੇ ਪੰਜਾਬ ਦਾ ਯੂਥ ਚੰਗੇ ਰਾਹਾਂ ਵੱਲ ਜਾ ਸਕੇ। ਇਸ ਦਾ ਸਭ ਤੋਂ ਪਹਿਲਾ ਰੀਜ਼ਨ ਹੈ ਪੈਟਰੀਆਰਕੀ, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਪੁਰਸ਼ਵਾਦੀ ਸੋਚ ਵੀ ਕਹਿੰਦੇ ਆ। ਅਸੀਂ ਬਚਪਨ ਤੋਂ ਇੱਕ ਚੀਜ਼ ਦੇਖ ਰਹੇ ਹਾਂ ਕਿ ਜਿਹੜੀ ਪੁਰਸ਼ਵਾਦੀ ਸੋਚ ਹੈ ਉਹ ਸਾਡੇ ਸਮਾਜ ਦੇ ਵਿੱਚ ਕਿੰਨੇ ਅੰਦਰ ਤੱਕ ਜਾ ਚੁੱਕੀ ਹੋਈ ਹੈ। ਅਸੀਂ ਇੱਥੋਂ ਹੀ ਦੇਖ ਸਕਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਕੁੜੀਆਂ ਨੂੰ ਓਪਰਚੁਨਿਟੀਜ਼ ਘੱਟ ਮਿਲਦੀਆਂ ਨੇ ਤੇ ਮੁੰਡਿਆਂ ਨੂੰ ਓਪਰਚੁਨਿਟੀਜ਼ ਬਹੁਤ ਹੀ ਜ਼ਿਆਦਾ ਮਿਲਦੀਆਂ ਨੇ, ਬਟ ਫਿਰ ਵੀ ਇਸ ਦੇ ਵਿੱਚ ਕੁੜੀਆਂ ਓਪਰਚੁਨਿਟੀਜ਼ ਘੱਟ ਮਿਲਣ ਤੋਂ ਬਾਵਜੂਦ ਵੀ ਮੁੰਡਿਆਂ ਤੋਂ ਅੱਗੇ ਨਿਕਲ ਜਾਂਦੀਆਂ ਨੇ। ਇਸ ਦੀ ਮੈਂ ਇੱਕ ਹੁਣ ਐਗਜ਼ਾਮਪਲ ਦਵਾਂਗਾ। ਹੁਣੇ ਕੁਝ ਦਿਨ ਪਹਿਲਾਂ ਹੀ ਰਿਜ਼ਲਟ ਆਏ ਨੇ ਸੀਬੀਐਸਈ ਦੇ ਰਿਜ਼ਲਟ ਤੋਂ ਸਾਨੂੰ ਕੀ ਇੰਡੀਕੇਸ਼ਨ ਮਿਲਦੀ ਹੈ? ਪੰਜਾਬ ਦੇ ਵਿੱਚ ਅਗਰ ਲਿਟਰੇਸੀ ਰੇਟ ਦੇਖੀਏ 72% ਦੇ ਅਰਾਊਂਡ ਅਬਾਊਟ ਹੈਗਾ। ਅਗਰ ਅਸੀਂ ਫੀਮੇਲ ਲਿਟਰੇਸੀ ਰੇਟ ਦੇਖੀਏ ਤੇ ਉਹ ਕੁਝ 60% ਹੈ। ਫਿਲਹਾਲ ਮੈਂ 2011 ਦੇ ਸੈਂਸਸ ਦੇ ਰਿਕਾਰਡ ਦੇ ਨਾਲ ਕਹਿ ਰਿਹਾ, ਬਟ ਹੁਣ ਇਹ ਥੋੜਾ ਜਿਹਾ ਵੱਧ ਚੁੱਕਾ ਹੋਏਗਾ। ਸੋ ਆਪਾਂ ਅਗਰ ਅਪਰੋਕਸੀਮੇਟਲੀ ਦੇਖੀਏ ਤਾਂ 60% ਲਿਟਰੇਸੀ ਰੇਟ ਹੈ ਫੀਮੇਲ ਦੇ ਵਿੱਚ। ਬॉयਜ਼ ਦੇ ਵਿੱਚ ਗੱਲ ਕਰੀਏ ਤੇ ਇਹ ਅਬਵ 70% ਹੈ। ਸੋ ਅਗਰ ਆਪਾਂ ਇੱਥੇ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਕੁੜੀਆਂ ਨੂੰ ਘੱਟ ਚਾਂਸਸ ਮਿਲਦੇ ਨੇ ਸਕੂਲ ਵਿੱਚ ਜਾਣ ਦੇ। ਉਹਦੇ ਉਲਟ ਅਗਰ ਮੁੰਡਿਆਂ ਨੂੰ ਦੇਖੀਏ ਤੇ ਮੁੰਡਿਆਂ ਨੂੰ ਚਾਂਸਸ ਜ਼ਿਆਦਾ ਮਿਲਦੇ ਨੇ। ਬਟ ਅਗਰ ਹੁਣ ਆਪਾਂ ਰਿਜ਼ਲਟਸ ਦੀ ਗੱਲ ਕਰੀਏ ਤੇ ਰਿਜ਼ਲਟਸ ਦੇ ਵਿੱਚ ਕੁੜੀਆਂ ਟੌਪ ਕਰਦੀਆਂ ਨੇ, ਕੁੜੀਆਂ ਦੇ ਹੀ ਰਿਜ਼ਲਟਸ ਬੈਟਰ ਆਉਂਦੇ ਨੇ ਮੁੰਡਿਆਂ ਤੋਂ। ਇਹਦਾ ਰੀਜ਼ਨ ਕਿਉਂ ਹੈ? ਇਹ ਕਿਉਂ ਹੁੰਦਾ ਹੈ? ਤਾਂ ਕਿਉਂਕਿ ਕੁੜੀਆਂ ਨੂੰ ਘੱਟ ਓਪਰਚੁਨਿਟੀਜ਼ ਮਿਲਦੀਆਂ ਨੇ। ਕੁੜੀਆਂ ਨੂੰ ਪਤਾ ਹੁੰਦਾ ਹੈ ਅਗਰ ਅਸੀਂ ਇਸ ਵਾਰ ਫੇਲ ਹੋ ਗਏ ਸਾਨੂੰ ਘਰਦਿਆਂ ਨੇ ਅਗਲੀ ਕਲਾਸ ਦੇ ਵਿੱਚ ਨਹੀਂ ਡਾਲਣਾ। ਅਗਰ ਆਹੀ ਚੀਜ਼ ਜਿਹੜੀ ਹੈਗੀ ਆ ਮੁੰਡਿਆਂ ਦੇ ਵਿੱਚ ਕਿਤੇ ਨਾ ਕਿਤੇ ਘੱਟ ਆ। ਮੁੰਡਿਆਂ ਨੂੰ ਪਤਾ ਹੈ ਕਿ ਅਗਰ ਫੇਲ ਵੀ ਹੋ ਗਏ ਤੇ ਆਲਰੇਡੀ ਉਹਨਾਂ ਨੇ ਅਗਲੀ ਕਲਾਸ ਦੇ ਵਿੱਚ ਚਲੇ ਹੀ ਜਾਣਾ ਹੈ, ਤੇ ਜਾਂ ਫਿਰ ਉਹਨਾਂ ਨੂੰ 1 ਸਾਲ ਹੋਰ ਲੱਗ ਜਾਏਗਾ। ਸੋ ਆਹ ਚੀਜ਼ਾਂ ਘੱਟ ਨੇ, ਕੁੜੀਆਂ ਪ੍ਰੈਸ਼ਰ ਦੇ ਵਿੱਚ ਪੜ੍ਹਦੀਆਂ ਨੇ। ਇਸੇ ਕਰਕੇ ਕੁੜੀਆਂ 12th ਤੋਂ ਬਾਅਦ ਆਇਲਸ ਕਰਦੀਆਂ ਨੇ ਐਂਡ ਮੁੰਡੇ ਵਿਚਾਰੇ ਦੇਖਦੇ ਰਹਿ ਜਾਂਦੇ ਨੇ। ਜਿਹੜੇ ਮੁੰਡੇ ਪੜ੍ਹਨ ਵਾਲੇ ਹੁੰਦੇ ਨੇ ਉਹ ਆਪਣੀ ਖੁਦ ਦੀ ਤਿਆਰੀ ਕਰਦੇ ਨੇ ਤੇ ਜਾਂਦੇ ਨੇ। ਜਿਨ੍ਹਾਂ ਮੁੰਡਿਆਂ ਦੀ ਆਇਲਸ ਨਹੀਂ ਕਲੀਅਰ ਹੁੰਦੀ ਉਹ ਫਿਰ ਕੁੜੀਆਂ ਲੱਭਦੇ ਨੇ ਕਿ ਇਹੋ ਜਿਹੀ ਕੋਈ ਕੁੜੀ ਮਿਲ ਜੇ ਜਿਹਨੇ ਆਇਲਸ ਕੀਤੀ ਹੋਵੇ, ਜਿਹਦੇ ਚੰਗੇ ਬੈਂਡ ਹੋਣਗੇ ਤੇ ਅਸੀਂ ਪੈਸੇ ਲਗਾ ਕੇ ਉਹਨਾਂ ਨੂੰ ਬਾਹਰ ਭੇਜ ਦਾਂਗੇ। ਕੀ ਇਹ ਜਸਟੀਫਾਈਡ ਹੈ? ਬਿਲਕੁਲ ਨਹੀਂ। ਸੋ ਇਸ ਦਾ ਕੀ ਰੀਜ਼ਨ ਹੈ ਆਪਾਂ ਅੱਗੇ ਦੇਖਦੇ ਹਾਂ।
ਇਸ ਦਾ ਸੈਕੰਡ ਸਭ ਤੋਂ ਮੇਜਰ ਰੀਜ਼ਨ ਹੈ ਸਾਡਾ ਐਜੂਕੇਸ਼ਨ ਸਿਸਟਮ। ਇਹ ਸਾਡੀ ਸਰਕਾਰ ਨੇ ਇਹੋ ਜਿਹਾ ਕਿਹੜਾ ਐਜੂਕੇਸ਼ਨ ਸਿਸਟਮ ਬਣਾਇਆ ਜਿੱਥੇ ਬੰਦਾ 12th ਕਲਾਸ ਤੱਕ ਇੰਗਲਿਸ਼ ਪੜ੍ਹਦਾ ਹੈ ਤੇ ਉਸ ਨੂੰ 12th ਕਰਨ ਤੋਂ ਬਾਅਦ ਵੀ ਇੰਗਲਿਸ਼ ਸਪੀਕਿੰਗ ਦੀਆਂ ਕਲਾਸਿਸ ਲਗਾਉਣੀਆਂ ਪੈਂਦੀਆਂ ਨੇ। ਇਹ ਕੋਈ ਸਾਇੰਸ ਤੇ ਨਹੀਂ ਪੜ੍ਹ ਰਿਹਾ ਜਾਂ ਕੋਈ ਮੈਥਮੈਟਿਕਸ ਤੇ ਨਹੀਂ ਪੜ੍ਹ ਰਿਹਾ ਕਿ ਇਹਨੂੰ ਸਮਝ ਨਹੀਂ ਆ ਰਹੀ। ਪਿਛਲੇ 12-15 ਸਾਲ ਤੋਂ ਉਹ ਬੱਚਾ ਇੰਗਲਿਸ਼ ਪੜ੍ਹ ਰਿਹਾ ਤੇ ਉਸ ਨੂੰ 12th ਤੋਂ ਬਾਅਦ ਵੀ ਇੰਗਲਿਸ਼ ਨਹੀਂ ਆਉਂਦੀ। ਇਹ ਕਿਹੋ ਜਿਹਾ ਐਜੂਕੇਸ਼ਨ ਸਿਸਟਮ ਹੈ ਸਾਡਾ, ਤੇ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ? ਸਾਡੇ ਇੱਥੇ ਹੀ ਮੈਨੂੰ ਪ੍ਰੋਬਲਮ ਇਹ ਲੱਗਦੀ ਹੈ ਕਿ ਸਾਡੇ ਜਿਹੜੇ ਲੋਕ ਆ ਉਹ ਕਿੰਨੇ ਭੋਲੇ ਨੇ ਕਿ ਜਿਸ ਕੇਸ ਕਰਕੇ ਉਹਨਾਂ ਨੂੰ ਮੇਨ ਇਸ਼ੂ ਸਾਡਾ ਐਜੂਕੇਸ਼ਨ ਸਿਸਟਮ ਦੀ ਗੱਲ ਕਰਨੀ ਚਾਹੀਦੀ ਸੀ, ਉਸਨੇ ਇਸ ਨੂੰ ਸਿਰਫ ਰੋਜ਼ ਦੀ ਰੋਜ਼ ਇੱਕ ਡਿਬੇਟ ਬਣਾ ਦਿੱਤਾ। ਕਿ ਇਹ ਜਸਟੀਫਾਈਡ ਹੈ? ਬਿਲਕੁਲ ਨਹੀਂ। ਸਾਨੂੰ ਸਾਡੇ ਸਰਕਾਰ ਤੋਂ ਕੁਐਸਚਨ ਪੁੱਛਣਾ ਚਾਹੀਦਾ ਹੈ ਕਿ ਸਾਨੂੰ ਇਹੋ ਜਿਹੇ ਐਜੂਕੇਸ਼ਨ ਸਿਸਟਮ ਦਾ ਕੀ ਫਾਇਦਾ ਜਿੱਥੇ ਅਸੀਂ ਇੰਨੇ ਲੰਬੇ ਟਾਈਮ ਤੱਕ ਇੰਗਲਿਸ਼ ਇੱਕ ਇਹੋ ਜਿਹੇ ਸਬਜੈਕਟ ਨੂੰ ਪੜ੍ਹਦੇ ਹਾਂ ਪਰ ਸਾਨੂੰ ਐਟ ਦਾ ਐਂਡ ਆਫ ਦਾ ਡੇ ਇੰਗਲਿਸ਼ ਹੀ ਨਹੀਂ ਆਉਂਦੀ। ਸੋ ਇਹੋ ਜਿਹੇ ਕੁਐਸਚਨ ਐਜ਼ ਅ ਸਮਾਜ ਸਾਨੂੰ ਰੇਜ਼ ਕਰਨੇ ਚਾਹੀਦੇ ਸੀ, ਬਟ ਅਸੀਂ ਨਹੀਂ ਕੀਤੇ। ਇਸ ਦਾ ਥਰਡ ਰੀਜ਼ਨ ਹੈ ਅਨਇੰਪਲੋਇਮੈਂਟ ਇਨ ਆਰ ਕੰਟਰੀ। ਅਨਇੰਪਲੋਇਮੈਂਟ ਸਾਡੀ ਆਲ ਟਾਈਮ ਹਾਈ ਆ। ਅਨਇੰਪਲੋਇਮੈਂਟ ਇੰਨੀ ਸਾਡੇ ਦੇਸ਼ ਦੇ ਵਿੱਚ ਕਦੀ ਵੀ ਨਹੀਂ ਹੋਈ। ਸੋ ਇੱਥੇ ਸਾਡੇ ਪੰਜਾਬ ਦਾ ਯੂਥ ਜਦ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਸ ਨੂੰ ਇੱਥੇ ਨੌਕਰੀ ਨਹੀਂ ਮਿਲਦੀ, ਉਹ ਬਾਹਰ ਦੇ ਦੇਸ਼ਾਂ ਵੱਲ ਜਾਂਦਾ ਹੈ। ਅਗਰ ਤੇ ਉਹ ਪੜ੍ਹਿਆ ਲਿਖਿਆ ਹੈ ਤੇ ਉਹ ਆਪਣੇ ਖੁਦ ਦੇ ਪੈਰਾਂ ਦੇ ਬਲਬੂਤੇ ਜਾ ਸਕਦਾ ਹੈ, ਬਟ ਅਗਰ ਨਹੀਂ ਪੜ੍ਹਿਆ ਹੁੰਦਾ ਤੇ ਫਿਰ ਆਹੀ ਕੇਸ ਹੁੰਦੇ ਨੇ ਜੋ ਬੇਅੰਤ ਕੌਰ ਦੇ ਕੇਸ 'ਚ ਹੋਇਆ ਕਿ ਇੱਕ ਕੁੜੀ ਲੱਭੋ ਆਇਲਟਸ ਵਾਲੀ ਤੇ ਉਸ ਦੇ ਨਾਲ ਵਿਆਹ ਕਰੋ ਤੇ ਬਾਹਰ ਜਾਓ। ਸੋ ਇੱਥੇ ਅਗਰ ਸਾਡੀਆਂ ਸਰਕਾਰਾਂ ਨੇ ਇੰਨੀਆਂ ਇੰਪਲੋਇਮੈਂਟਸ ਜਨਰੇਟ ਕੀਤੀਆਂ ਹੁੰਦੀਆਂ ਕਿ ਜਿਹੜਾ ਸਾਡਾ ਯੂਥ ਅੱਜ ਕੈਨੇਡਾ ਜਾ ਰਿਹਾ ਹੈ ਜਾਂ ਕਿਸੇ ਹੋਰ ਕੰਟਰੀ 'ਚ ਜਾ ਰਿਹਾ ਹੈ ਤੇ ਉਹ ਉਸ ਨੂੰ ਬਾਹਰ ਜਾਣ ਦੀ ਲੋੜ ਨਾ ਪੈਂਦੀ ਤੇ ਉਹ ਇੱਥੇ ਹੀ ਸਾਡੀ ਕੰਟਰੀ ਦੇ ਵਿੱਚ ਜੌਬ ਕਰਦਾ। ਐਂਡ ਇਹੋ ਜਿਹੇ ਕੇਸ ਵੀ ਸਾਨੂੰ ਨਾ ਦੇਖਣ ਨੂੰ ਮਿਲਦੇ। ਇਸ ਦਾ ਫੋਰਥ ਰੀਜ਼ਨ ਹੈ ਸਾਡੀ ਮਿਊਜ਼ਿਕ ਇੰਡਸਟਰੀ। ਕਿ ਅਸੀਂ ਗੱਲ ਨੋਟਿਸ ਕੀਤੀ ਹੈ ਕਿ ਜਿਹੜੇ ਅਸੀਂ ਗਾਣੇ ਸਵੇਰ ਤੋਂ ਸ਼ਾਮ ਤੱਕ ਅਸੀਂ ਦੇਖਦੇ ਹਾਂ ਉਸ ਦੇ ਵਿੱਚ ਦਿਖਾਇਆ ਕੀ ਜਾਂਦਾ ਹੈ? ਇਸ ਦੇ ਵਿੱਚ ਦਿਖਾਇਆ ਜਾਂਦਾ ਹੈ ਵੱਡੀਆਂ ਵੱਡੀਆਂ ਕਾਰਾਂ, ਇਸ ਦੇ ਵਿੱਚ ਦਿਖਾਏ ਜਾਂਦੇ ਨੇ ਬਾਹਰ ਦੇ ਮੁਲਕ। ਜਦ ਸਵੇਰ ਤੋਂ ਸ਼ਾਮ ਤੱਕ ਬੱਚਾ ਇਹੋ ਜਿਹੀਆਂ ਹੀ ਚੀਜ਼ਾਂ ਦੇਖਦਾ ਰਹੇਗਾ ਤੇ ਕਿਤੇ ਨਾ ਕਿਤੇ ਉਹਦੇ ਦਿਮਾਗ ਦੇ ਵਿੱਚ ਆਹੀ ਚੀਜ਼ ਰਹੇਗੀ ਕਿ ਸਾਨੂੰ ਵੀ ਇਸੇ ਹੀ ਕੰਟਰੀਜ਼ ਦੇ ਵਿੱਚ ਜਾਣਾ ਹੈ। ਮਤਲਬ ਫਿਊਚਰ ਹੈ ਤੇ ਇਹਨਾਂ ਕੰਟਰੀਆਂ ਦੇ ਵਿੱਚ ਹੀ ਹੈ, ਸਾਡੀ ਖੁਦ ਦੀ ਕੰਟਰੀ ਵਿੱਚ ਇਹੋ ਜਿਹਾ ਕੋਈ ਫਿਊਚਰ ਨਹੀਂ ਹੈ। ਸੋ ਇਹ ਗਾਣੇ ਵੀ ਸਾਡੇ ਡਿਸੀਜਨ ਨੂੰ, ਸਾਡੇ ਕੈਰੀਅਰ ਨੂੰ ਮੈਨੀਪੂਲੇਟ ਕਰਦੇ ਨੇ। ਸੋ ਇਹਨਾਂ ਚੀਜ਼ਾਂ ਬਾਰੇ ਵੀ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦ ਸਾਡੇ ਰੀਜਨ ਦੇ ਲੋਕਾਂ ਕੋਲ ਪੈਸਾ ਆਉਣਾ ਸਟਾਰਟ ਹੋਇਆ ਤੇ ਉਹਨਾਂ ਨੇ ਵੂਮਨ ਦੀ ਜਿਹੜੀ ਐਜੂਕੇਸ਼ਨ ਆ ਉਸ ਤੇ ਵੀ ਇਨਵੈਸਟ ਕਰਨਾ ਚਾਲੂ ਕੀਤਾ, ਜਿਸ ਕਰਕੇ ਵੂਮਨ ਇੰਪਾਵਰਡ ਹੋਈ। ਐਜ਼ ਅ ਰਿਜ਼ਲਟ ਜਦ ਕੁੜੀਆਂ ਖੁਦ ਪੜ੍ਹਦੀਆਂ ਨੇ, ਲਿਖਦੀਆਂ ਨੇ, ਅੱਗੇ ਵਧਦੀਆਂ ਨੇ, ਤਰੱਕੀਆਂ ਕਰਦੀਆਂ ਨੇ ਤੇ ਉਹਨਾਂ ਦਾ ਇੱਕ ਸਟੈਂਡ ਬਣ ਜਾਂਦਾ ਹੈ, ਉਹਨਾਂ ਦਾ ਇੱਕ ਪੋਜੀਸ਼ਨ ਬਣ ਜਾਂਦੀ ਹੈ, ਉਹਨਾਂ ਦੀ ਇੱਕ ਪਰਸਨੈਲਿਟੀ ਬਣ ਜਾਂਦੀ ਹੈ। ਐਜ਼ ਅ ਰਿਜ਼ਲਟ ਜਦੋਂ ਪਹਿਲਾਂ ਜ਼ਮਾਨਿਆਂ ਦੇ ਵਿੱਚ ਵਿਆਹ ਹੁੰਦੇ ਸੀ ਤੇ ਅਸੀਂ ਦੇਖਦੇ ਸੀ ਕਿ ਮੁੰਡਿਆਂ ਨੂੰ ਐਜ਼ ਉਹਨਾਂ ਦੀ ਕੈਪੇਬਿਲਿਟੀ ਦੇ ਹਿਸਾਬ ਨਾਲ ਡਾਊਰੀ ਮਿਲਦੀ ਸੀ, ਦਹੇਜ ਮਿਲਦਾ ਸੀ। ਜਿੰਨਾ ਮੁੰਡਾ ਜ਼ਿਆਦਾ ਵੱਡੀ ਪੋਜੀਸ਼ਨ ਤੇ ਨੌਕਰੀ ਕਰ ਰਿਹਾ ਹੋਏਗਾ ਜਾਂ ਜਿੰਨੇ ਕਿੱਲੇ ਜ਼ਿਆਦਾ ਮੁੰਡੇ ਤੇ ਪੈਲੀ ਹੋਣਗੀ ਉਨੇ ਹੀ ਹਿਸਾਬ ਨਾਲ ਉਸ ਨੂੰ ਡਾਊਰੀ ਮਿਲੇਗੀ, ਉਸ ਨੂੰ ਦਹੇਜ ਮਿਲੇਗਾ। ਬਟ ਅੱਜ ਕੱਲ੍ਹ ਵੂਮਨ ਇੰਪਾਵਰਮੈਂਟ ਕਰਕੇ ਇਹ ਚੀਜ਼ਾਂ ਘਟ ਗਈਆਂ ਨੇ ਕਿਤੇ ਨਾ ਕਿਤੇ। ਅੱਜ ਦੇ ਸਮੇਂ ਦੇ ਵਿੱਚ ਜਦ ਕੁੜੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ ਹੋ ਰਹੀਆਂ ਨੇ ਤੇ ਅੱਜ ਕੱਲ੍ਹ ਕੋਈ ਦਹੇਜ ਦੀ ਗੱਲ ਨਹੀਂ ਕਰ ਰਿਹਾ। ਬਟ ਇੱਕ ਗੱਲ ਆ, ਦਹੇਜ ਦੀ ਗੱਲ ਨਹੀਂ ਕਰ ਰਿਹਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਦਹੇਜ ਵਾਲੀ ਪ੍ਰਥਾ ਬੰਦ ਹੋ ਗਈ ਹੈ। ਦਹੇਜ ਵਾਲੀ ਪ੍ਰਥਾ ਆਪਣੇ ਥਾਂ ਤੇ ਚੱਲ ਰਹੀ ਹੈ, ਪਰ ਇੱਕ ਹੋਰ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ। ਅੱਜ ਅਗਰ ਜ਼ਿਆਦਾ ਕੁੜੀਆਂ ਪੜ੍ਹੀ ਲਿਖੀਆਂ ਜਾਂਦੀਆਂ ਨੇ, ਲੈਟ ਸਪੋਜ਼ ਅੱਜ ਅਸੀਂ ਬੇਅੰਤ ਕੌਰ ਵਾਲੇ ਕੇਸ ਦੀ ਗੱਲ ਕਰੀਏ, ਜਦੋਂ ਬੇਅੰਤ ਕੌਰ ਖੁਦ ਪੜ੍ਹਨ ਦੇ ਵਿੱਚ ਅੱਛੀ ਹੋ ਗਈ, ਇਸੇ ਕਰਕੇ ਉਹਨੇ ਆਇਲਟਸ ਚੰਗੇ ਨੰਬਰ ਨਾਲ ਕਲੀਅਰ ਕੀਤੀ ਹੈ। ਸੋ ਇਸ ਦੇ ਵਿੱਚ ਅਸੀਂ ਇੱਕ ਟ੍ਰੈਂਡ ਦੇਖਦੇ ਹਾਂ ਕਿ ਜਦ ਲੜਕੀ ਪੜ੍ਹ ਲਿਖ ਜਾਂਦੀ ਹੈ ਤੇ ਉਹ ਇੱਕ ਇਹੋ ਜਿਹੇ ਮੁੰਡੇ ਦੀ ਭਾਲ ਕਰਦੇ ਨੇ ਜਿਨ੍ਹਾਂ ਕੋਲ ਪੈਸੇ ਹੋਣ, ਤੇ ਮੁੰਡੇ ਵਾਲੇ ਵੀ ਉਹੋ ਜਿਹੀ ਕੁੜੀ ਦੀ ਭਾਲ ਕਰਦੇ ਨੇ ਜਿਹਦੇ ਕੋਲ ਐਜੂਕੇਸ਼ਨ ਹੋਣ। ਸੋ ਇੱਥੇ ਇਹ ਚੀਜ਼ਾਂ ਕੈਂਸਲ ਆਊਟ ਹੋਣ ਲੱਗ ਪਈਆਂ ਨੇ। ਸੋ ਇਹਦਾ ਮਤਲਬ ਕੀ ਆ ਕਿ ਡਾਊਰੀ ਜਿਹੜੀ ਹੈ, ਦਹੇਜ ਆ, ਉਹ ਖਤਮ ਨਹੀਂ ਹੋਇਆ, ਉਸਨੇ ਆਪਣਾ ਇੱਕ ਰੂਪ ਬਦਲ ਲਿਆ ਹੈ। ਅੱਜ ਕੱਲ੍ਹ ਕੁੜੀ ਮੁੰਡੇ ਨੂੰ ਨਹੀਂ ਦੇ ਰਹੀ ਬਟ ਕਿ ਮੁੰਡਾ ਕੁੜੀ ਨੂੰ ਦੇ ਰਿਹਾ ਹੈ। ਸੋ ਇਹ ਚੀਜ਼ ਕੀ ਅਸੀਂ ਐਕਸੈਪਟੇਬਲ ਹੈਗੀ ਨੇ ਸਮਾਜ ਦੇ ਵਿੱਚ ਕਿ ਅਸੀਂ ਮੁੰਡੇ ਦੇ ਸਿਰਫ ਪੈਸੇ ਦੇਖ ਕੇ ਹੀ ਬਾਹਰ ਜਾ ਸਕਦੇ ਹਾਂ? ਅਗਰ ਕੁੜੀਆਂ ਨੇ ਬਾਹਰ ਜਾਣਾ ਹੋਵੇ ਤੇ ਉਹ ਖੁਦ ਦੇ ਪੈਰਾਂ ਤੇ ਵੀ ਜਾ ਸਕਦੀਆਂ ਨੇ। ਅੱਜ ਕੱਲ੍ਹ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਕੰਟਰੀ ਦੇ ਵਿੱਚ ਹਰ ਟਾਈਪ ਦਾ ਲੋਨ ਅਵੇਲੇਬਲ ਹੈ। ਅੱਜ ਕੱਲ੍ਹ ਅਸੀਂ ਐਜੂਕੇਸ਼ਨ ਲੋਨ ਲੈ ਕੇ ਵੀ ਬਾਹਰ ਜਾ ਸਕਦੇ ਹਾਂ। ਹੋਰ ਗੱਲਾਂ ਦੀ ਗੱਲਾਂ, ਅਸੀਂ ਸਕਾਲਰਸ਼ਿਪ ਦੇ ਟੈਸਟ ਵੀ ਦੇ ਸਕਦੇ ਹਾਂ। ਕਈ ਕੰਟਰੀਜ਼ ਦੇ ਵਿੱਚ, ਈਵਨ ਕੈਨੇਡਾ ਦੇ ਵਿੱਚ ਵੀ ਸਕਾਲਰਸ਼ਿਪ ਦੇ ਟੈਸਟ ਅਵੇਲੇਬਲ ਨੇ। ਅਸੀਂ ਉਹ ਟੈਸਟ ਦੇ ਕੇ, ਟੈਸਟ ਕਲੀਅਰ ਕਰਕੇ ਸਕਾਲਰਸ਼ਿਪ ਲੈ ਕੇ ਵੀ ਜਾ ਸਕਦੇ ਹਾਂ। ਸਾਨੂੰ ਕਿਸੇ ਇੱਕ ਲੜਕੇ ਦੀ ਜ਼ਰੂਰਤ ਨਹੀਂ ਆ ਤੇ ਨਾ ਹੀ ਇੱਕ ਲੜਕੇ ਨੂੰ ਕਿਸੇ ਲੜਕੀ ਦੀ ਜ਼ਰੂਰਤ ਆ ਕਿ ਉਹ ਬਾਹਰ ਜਾਣਾ ਹੈ ਤੇ ਉਹਦੇ ਹੀ ਪੈਸੇ ਤੇ ਜਾਇਆ ਜਾ ਸਕਦਾ ਹੈ, ਆਪਣੇ ਬਲਬੂਤੇ ਤੇ ਵੀ ਜਾਇਆ ਜਾ ਸਕਦਾ ਹੈ। ਅਗਰ ਸ਼ਾਇਦ ਕਿਤੇ ਨਾ ਕਿਤੇ ਇਹ ਗੱਲ ਬੇਅੰਤ ਕੌਰ ਹੋਣਾ ਦੀ ਫੈਮਿਲੀ ਨੂੰ ਪਤਾ ਹੁੰਦੀ ਜਾਂ ਸਮਝ ਹੁੰਦੀ ਤੇ ਉਹ ਕੁੜੀ ਆਪਣੇ ਪੈਰਾਂ ਤੇ ਵੀ ਜਾ ਸਕਦੀ ਸੀ, ਉਸ ਨੂੰ ਲਵਪ੍ਰੀਤ ਦੀ ਫੈਮਿਲੀ ਦੀ ਜ਼ਰੂਰਤ ਨਹੀਂ ਸੀ। ਔਰ ਅਗਰ ਸਾਡਾ ਐਜੂਕੇਸ਼ਨ ਸਿਸਟਮ ਚੰਗਾ ਹੁੰਦਾ ਤੇ ਲਵਪ੍ਰੀਤ ਆਪਣੇ ਪੈਰਾਂ ਸਿਰ ਖੁਦ ਸਟੈਂਡ ਹੁੰਦਾ ਤੇ ਖੁਦ ਆਇਲਟਸ ਕਲੀਅਰ ਕਰਦਾ ਤੇ ਖੁਦ ਬਾਹਰ ਜਾ ਸਕਦਾ ਸੀ। ਬਟ ਅਸੀਂ ਕੀ ਕੀਤਾ? ਅਸੀਂ ਗੱਲ ਇਹਨਾਂ ਇਸ਼ੂਜ਼ ਦੇ ਬਾਰੇ ਕੀਤੀ ਹੀ ਨਹੀਂ। ਸੋ ਹੁਣ ਤੱਕ ਆਪਾਂ ਇੰਨੀਆਂ ਪ੍ਰੋਬਲਮਸ ਨੂੰ ਡਿਸਕਸ ਕੀਤਾ। ਸੋ ਇਹਨਾਂ ਪ੍ਰੋਬਲਮਸ ਦੇ ਸੋਲੂਸ਼ਨ ਕੀ ਹੋ ਸਕਦੇ ਸੀ? ਸੋ ਇਹਨਾਂ ਪ੍ਰੋਬਲਮਸ ਦਾ ਪਹਿਲਾ ਸੋਲੂਸ਼ਨ ਤੇ ਇਹ ਹੋ ਸਕਦਾ ਕਿ ਪੈਟਰੀਆਰਕੀ, ਜੋ ਪੁਰਸ਼ਵਾਦੀ ਸੋਚ ਹੈ ਸਾਡੇ ਸਮਾਜ ਦੇ ਵਿੱਚ, ਇਹਨੂੰ ਕਿਤੇ ਨਾ ਕਿਤੇ ਘਟਣਾ ਚਾਹੀਦਾ ਹੈ। ਪਹਿਲੀ ਗੱਲ ਇਹਨੂੰ ਖਤਮ ਹੀ ਹੋ ਜਾਣਾ ਚਾਹੀਦਾ, ਇਸ ਦੀ ਕੋਈ ਜ਼ਰੂਰਤ ਨਹੀਂ ਆ। ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਤੇ ਮੁੰਡੇ ਦੋਨੋਂ ਹੀ ਬਰਾਬਰ ਨੇ, ਕੋਈ ਵੀ ਕਿਸੇ ਤੋਂ ਵੱਧ ਘੱਟ ਨਹੀਂ ਹੈਗਾ। ਅੱਜ ਅਸੀਂ ਦੇਖਦੇ ਹਾਂ ਓਲੰਪਿਕਸ ਦੇ ਵਿੱਚ ਜਿੰਨੇ ਵੀ ਮੈਡਲਸ ਆ ਰਹੇ ਨੇ ਕੁੜੀਆਂ ਦੇ ਆ ਰਹੇ ਨੇ, ਉਹ ਕਿਤੇ ਤੋਂ ਘੱਟ ਨਹੀਂ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਮੁੰਡਿਆਂ ਦੇ ਨਹੀਂ ਆ ਸਕਦੇ, ਬਿਲਕੁਲ ਆਉਣਗੇ, ਅਗਰ ਮਿਹਨਤ ਕਰਨਗੇ ਤੇ ਉਹਨਾਂ ਦੇ ਵੀ ਆਉਣਗੇ। ਬਟ ਅਸੀਂ ਕਿਤੇ ਨਾ ਕਿਤੇ ਇਹਨਾਂ ਨੂੰ ਆਕਣਾ
ਘੱਟ ਕਰੀਏ ਤੇ ਨਾਲੇ ਜਿਹੜੀਆਂ ਓਪਰਚ्युनिटीज ਦੇ ਰਹੇ ਆਪਾਂ ਲਿਮਿਟਡ ਕੁੜੀਆਂ ਨੂੰ, ਇਹ ਚੀਜ਼ਾਂ ਵੀ ਬੰਦ ਕਰੀਏ। ਕੁੜੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਓਪਰਚ्युनिटीज ਮਿਲਣੀਆਂ ਚਾਹੀਦੀਆਂ ਨੇ। ਤੇ ਨਾਲ ਦੇ ਨਾਲ ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗਾ ਕਿ ਸਿਰਫ ਮੁੰਡਿਆਂ ਨੂੰ ਲਾਡੇ ਸਾਹ ਘਰ ਦਾ ਬਣ ਕੇ ਨਹੀਂ ਬੈਠਣਾ ਚਾਹੀਦਾ। ਇੱਥੇ ਉਹਨਾਂ ਨੂੰ ਆਪਣੀ ਰਿਸਪੌਂਸਿਬਿਲਿਟੀਜ਼ ਦੇਖਣੀਆਂ ਪੈਣੀਆਂ ਨੇ ਤੇ ਨਾਲ ਦੇ ਨਾਲ ਖੁਦ ਮਿਹਨਤ ਕਰਨੀ ਪੈਣੀ ਆ ਤਾਂ ਜੋ ਇਹੋ ਜਿਹੀਆਂ ਚੀਜ਼ਾਂ ਦੁਬਾਰਾ ਨਾ ਹੋ ਸਕਣ। ਦੂਸਰੀ ਗੱਲ ਕਿ ਸਾਨੂੰ ਐਜੂਕੇਸ਼ਨ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈ। ਜਦ ਵੀ ਇਹੋ ਜਿਹੇ ਕੇਸ ਹੋਣ ਸਾਨੂੰ ਇਹਨਾਂ ਦੀ ਕੋਰ ਇਸ਼ੂਜ਼ ਨੂੰ ਡਿਸਕਸ ਕਰਨਾ ਚਾਹੀਦਾ ਹੈ, ਨਾ ਕਿ ਰੋਜ਼ ਦੀ ਡਿਬੇਟ ਦੇਖਣੀ ਚਾਹੀਦੀ ਹੈ ਕਿ ਸਾਡੀ ਜਿਹੜੀ ਮੀਡੀਆ ਕਰ ਰਹੀ ਸੀ ਜਾਂ ਹੋਰ ਕਈ ਚੈਨਲ ਕਰ ਰਹੇ ਸੀ ਜਿਸ ਦੇ ਵਿੱਚ ਡਿਸਕਸ ਕਰ ਰਹੇ ਸੀ ਕਿ ਅੱਜ ਕਿ ਅੱਜ ਉਹਦੇ ਮੰਮਾ ਡੈਡੀ ਦਾ ਕੀ ਬਿਆਨ ਆਇਆ, ਅੱਜ ਕੁੜੀ ਦੇ ਮਮ ਡੈਡ ਦਾ ਕੀ ਬਿਆਨ ਆਇਆ, ਅੱਜ ਉਹਨਾਂ ਦੇ ਗਵੰਡੀਆਂ ਦਾ ਕੀ ਬਿਆਨ ਆਇਆ। ਇਹਨਾਂ ਚੀਜ਼ਾਂ ਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ ਹੈ ਤੇ ਸਾਨੂੰ ਆਹ ਵਾਲੀਆਂ ਜਿਹੜੀਆਂ ਇਸ਼ੂਜ਼ ਨੇ, ਜਿਹੜੀ ਐਜੂਕੇਸ਼ਨ ਆ, ਅਨਇੰਪਲੋਇਮੈਂਟ ਆ, ਇਹਨਾਂ ਨੂੰ ਡਿਸਕਸ ਕਰਨਾ ਚਾਹੀਦਾ ਹੈ। ਸਾਡੀਆਂ ਸਰਕਾਰਾਂ ਵਾਸਤੇ ਕਿੰਨੀ ਖੁਸ਼ੀ ਦੀ ਗੱਲ ਹੋਏਗੀ ਕਿ ਇਹੋ ਜਿਹਾ ਕੇਸ ਜਿਹੜਾ ਆਇਆ ਜਿਸ ਕਰਕੇ ਸਾਡੇ ਸੋਸ਼ਲ ਇਸ਼ੂਜ਼ ਨੂੰ ਡਿਸਕਸ ਕੀਤਾ ਜਾ ਸਕਦਾ ਸੀ, ਬਟ ਕਿਸੇ ਨੇ ਡਿਸਕਸ ਕੀਤਾ ਹੀ ਨਹੀਂ। ਐਜੂਕੇਸ਼ਨ ਦੀ ਕਿਸੇ ਨੇ ਗੱਲ ਨਹੀਂ ਕੀਤੀ, ਕਿਸੇ ਨੇ ਅਨਇੰਪਲੋਇਮੈਂਟ ਦੀ ਗੱਲ ਨਹੀਂ ਕੀਤੀ, ਸਿਰਫ ਤੇ ਸਿਰਫ ਗੱਲ ਕੀਤੀ ਕਿ ਅੱਜ ਕਿਸੇ ਨੇ ਕੀ ਕਿਹਾ। ਸੋ ਸਾਡੇ ਸਰਕਾਰਾਂ ਵਾਸਤੇ ਵੀ ਬੜੀ ਫਾਇਦੇ ਵਾਲੀ ਗੱਲ ਆ ਕਿ ਉਹਨਾਂ ਦੀ ਜਨਤਾ ਜਿਹੜੀ ਕਦੀ ਡਿਮਾਂਡ ਕਰਦੀ ਹੀ ਨਹੀਂ ਆ। ਸੋ ਸਾਨੂੰ ਕਿਤੇ ਨਾ ਕਿਤੇ ਸੋਚਣਾ ਪੈਣਾ ਹੈ ਕਿ ਸਾਨੂੰ ਸਾਡੇ ਜਿਹੜੇ ਡਿਮਾਂਡਸ ਨੇ ਉਹ ਕੀ ਨੇ, ਸਾਡੇ ਕੋਰ ਇਸ਼ੂਜ਼ ਕੀ ਨੇ। ਜੇ ਸਾਡੀਆਂ ਆਹ ਚੀਜ਼ਾਂ ਸੋਲਵ ਹੋ ਜਾਣ ਤੇ ਇਹੋ ਜਿਹੇ ਕੇਸ ਆਣੇ ਵੀ ਘਟ ਜਾਣਗੇ। ਜਿੱਦਾਂ ਕਿ ਆਪਾਂ ਇਸ ਵੀਡੀਓ ਦੇ ਵਿੱਚ 5 ਪ੍ਰੋਬਲਮਸ ਡਿਸਕਸ ਕੀਤੀਆਂ, ਬਟ ਅਗਰ ਇਸ 5 ਪ੍ਰੋਬਲਮਾਂ ਨੂੰ ਸੋਲਵ ਕਰਨਾ ਹੈ ਤੇ ਸਾਨੂੰ ਸਿਰਫ 2 ਹੀ ਚੀਜ਼ਾਂ ਤੇ ਫੋਕਸ ਕਰਨਾ ਪਏਗਾ। ਇੱਕ ਪੁਰਸ਼ਵਾਦੀ ਸੋਚ ਨੂੰ ਘਟਾਉਣਾ ਪਵੇਗਾ, ਦੂਜਾ ਸਾਨੂੰ ਐਜੂਕੇਸ਼ਨ ਸਿਸਟਮ ਤੇ ਕੰਮ ਕਰਨਾ ਪਵੇਗਾ। ਅਗਰ ਐਜੂਕੇਸ਼ਨ ਸਿਸਟਮ ਸਾਡਾ ਇੰਨਾ ਵਧੀਆ ਹੁੰਦਾ ਤੇ ਸਾਨੂੰ ਅਨਇੰਪਲੋਇਮੈਂਟ ਇੰਨੀ ਫੇਸ ਨਾ ਕਰਨੀ ਪੈਂਦੀ, ਲੋਕਾਂ ਨੂੰ ਬਾਹਰ ਨਾ ਜਾਣਾ ਪੈਂਦਾ ਤੇ ਇਹੋ ਜਿਹੇ ਬੇਅੰਤ ਕੌਰ ਤੇ ਲਵਪ੍ਰੀਤ ਸਿੰਘ ਵਾਲੇ ਕੇਸ ਨਾ ਹੁੰਦੇ। ਸੋ ਜਿਹੜਾ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਸੀ ਕਿ ਅਗਰ ਭਾਰਤ ਦੇ ਵਿੱਚ ਕੋਈ ਬੰਦਾ ਜਾਂ ਔਰਤ ਆਪਣੇ ਮੈਰਿਜ ਦੇ ਬਾਹਰ ਕੋਈ ਰਿਲੇਸ਼ਨ ਰੱਖਦਾ ਹੈ ਕਿਸੇ ਦੇ ਨਾਲ ਤੇ ਉਸ ਦੀ ਕੀ ਸਜ਼ਾ ਹੁੰਦੀ ਹੈ। ਪਹਿਲੀ ਗੱਲ ਤੇ ਮੈਂ ਦੱਸਣਾ ਚਾਹਾਂਗਾ ਕਿ ਇਸ ਦੀ ਕੋਈ ਸਜ਼ਾ ਨਹੀਂ ਆ ਕਰੰਟਲੀ। ਪਿਛਲੇ ਕੁਝ ਸਮੇਂ ਪਹਿਲਾਂ ਤੱਕ ਇਸ ਦੀ ਸਜ਼ਾ ਹੁੰਦੀ ਸੀ ਅੰਡਰ ਸੈਕਸ਼ਨ 498, ਅਡਲਟਰੀ ਦਾ ਸੈਕਸ਼ਨ ਸੀ ਇਹ। ਇਸ ਦੇ ਵਿੱਚ ਅਗਰ ਕੋਈ ਔਰਤ ਕਿਸੇ ਗੈਰ ਮਰਦ ਦੇ ਨਾਲ ਆਪਣੇ ਰਿਲੇਸ਼ਨ ਤੋਂ ਬਾਹਰ ਕਿਸੇ ਦੇ ਨਾਲ ਰਿਲੇਸ਼ਨ ਰੱਖਦੀ ਫੜੀ ਜਾਂਦੀ ਹੈ ਤੇ ਉਸ ਦੇ ਹਸਬੈਂਡ ਨੂੰ ਇਹ ਹੱਕ ਹੁੰਦਾ ਹੈ ਕਿ ਉਹ ਉਸ ਔਰਤ ਐਂਡ ਉਸ ਦੇ ਜਿਹੜਾ ਵੀ ਬॉयਫ੍ਰੈਂਡ ਹੋਏਗਾ ਜਾਂ ਕੋਈ ਵੀ ਹੋਏਗਾ ਜਿਹਦੇ ਨਾਲ ਉਸ ਦਾ ਰਿਲੇਸ਼ਨ ਹੋਏਗਾ ਉਸ ਤੇ ਕੇਸ ਕਰ ਸਕਦਾ, ਉਸ ਤੇ FIR ਦਰਜ ਕਰਾ ਸਕਦਾ ਹੈ। ਬਟ ਅਗਰ ਇਹੀ ਚੀਜ਼ ਆਦਮੀ ਕਰਦਾ ਹੈ, ਉਸ ਦਾ ਹਸਬੈਂਡ ਕਰਦਾ ਹੈ ਤੇ ਇਹ ਔਰਤ ਨੂੰ ਹੱਕ ਨਹੀਂ ਮਿਲਦੇ ਸੀ। ਇੱਥੇ ਇਕੁਐਲਿਟੀ ਨਹੀਂ ਹੋ ਰਿਹਾ ਸੀ। ਇਸੇ ਕਰਕੇ ਸਾਡੀ ਸੁਪਰੀਮ ਕੋਰਟ ਨੇ ਆਪਣੀ ਰੂਲਿੰਗ ਦੇ ਵਿੱਚ ਇਸ ਨੂੰ ਕਿਹਾ ਕਿ ਇਹ ਰਾਈਟ ਟੂ ਪ੍ਰਾਈਵੇਸੀ ਹੈ ਅੰਡਰ ਆਰਟੀਕਲ 21। ਸੋ ਇਸ ਨੂੰ ਹਟਾ ਦਿੱਤਾ ਗਿਆ, ਇਸ ਨੂੰ ਅਬੋਲਿਸ਼ ਕਰ ਦਿੱਤਾ ਗਿਆ। ਅਡਲਟਰੀ ਦਾ ਸੈਕਸ਼ਨ 498 ਅੱਜ ਦੇ ਸਮੇਂ ਦੇ ਵਿੱਚ ਅਬੋਲਿਸ਼ਡ ਹੈ। ਅਗਰ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਔਰਤ ਜਾਂ ਮਰਦ ਆਪਣੀ ਮੈਰਿਜ ਲਾਈਫ ਤੋਂ ਬਾਹਰ ਕਿਸੇ ਦੇ ਨਾਲ ਰਿਲੇਸ਼ਨ ਰੱਖਦਾ ਹੈ ਤੇ ਉਸ ਤੇ ਕੋਈ ਵੀ ਸਜ਼ਾ ਨਹੀਂ ਹੈ, ਇਹ ਉਸ ਦਾ ਨਿੱਜੀ ਹੱਕ ਹੈ। ਸੋ ਇਸ ਦੇ ਨਾਲ ਹੀ ਮੈਂ ਵੀਡੀਓ ਦਾ ਐਂਡ ਕਰਾਂਗਾ। ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ। ਧੰਨਵਾਦ।